ਸਵਾਗਤ ਹੈ ਤੁਹਾਡਾ ਅੱਜ ਦੇ ਇਸ ਕੈਮਿਸਟਰੀ ਦੇ ਲੈਕਚਰ ਵਿੱਚ। ਤੇ ਅੱਜ ਦੇ ਇਸ ਲੈਕਚਰ ਵਿੱਚ ਐਲੀਮੈਂਟਸ ਦੀ ਜੋ ਇਲੈਕਟ੍ਰੋਨਿਕ ਬੱਚੇ ਕਨਫੀਗਰੇਸ਼ਨ ਹੈ ਉਹਦੇ ਰਿਗਾਰਡਿੰਗ ਜੋ ਰੂਲਸ ਨੇ ਜਾਂ ਜੋ ਪ੍ਰਿੰਸੀਪਲਸ ਬਣੇ ਨੇ ਉਹਨਾਂ ਨੂੰ ਡਿਸਕਸ ਕਰਾਂਗੇ। ਤੇ ਮੈਂ ਦੱਸਦਾ ਸਭ ਤੋਂ ਪਹਿਲਾਂ ਕਿਹੜੇ ਪ੍ਰਿੰਸੀਪਲ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਹੈ ਬੱਚੇ ਆਫਰ ਰੂਲ ਐਂਡ ਹੰਡਸ ਰੂਲ ਐਂਡ ਪੌਲੀ ਐਕਸਕਲੂਸ਼ਨ ਪ੍ਰਿੰਸੀਪਲ। ਜੋ ਇਹ ਤਿੰਨੇ ਪ੍ਰਿੰਸੀਪਲ ਆਪਾਂ ਪੜ੍ਹਾਂਗੇ, ਆਪਾਂ ਇਹਨਾਂ ਦੇ ਰਿਗਾਰਡਿੰਗ ਹੀ ਜੋ ਇਲੈਕਟ੍ਰੋਨਿਕ ਕਨਫੀਗਰੇਸ਼ਨ ਫਿਲ ਕਰਾਂਗੇ, ਆਪਾਂ ਉਹਨਾਂ ਦੇ ਬਾਰੇ ਸਟੱਡੀ ਕਰਾਂਗੇ ਅਸੀਂ ਕਿਹੜੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਉਹ ਇਲੈਕਟ੍ਰੋਨਿਕ ਕਨਫੀਗਰੇਸ਼ਨ ਫਿਲ ਕਰਨੀ ਆ ਜਾਂ ਕਿਹੜੇ ਚੀਜ਼ਾਂ ਦਾ ਅਸੀਂ ਧਿਆਨ ਰੱਖਣਾ। ਤਾਂ ਉਹ ਸ਼ੁਰੂ ਕਰਦੇ ਹਾਂ ਆਪਣਾ ਪਹਿਲਾ ਪ੍ਰਿੰਸੀਪਲ। ਆਪਣੇ ਪਹਿਲੇ ਪ੍ਰਿੰਸੀਪਲ ਦਾ ਨਾਮ ਹੈ ਬੱਚੇ ਆਫ ਪ੍ਰਿੰਸੀਪਲ। ਅਤੇ ਜਿਹੜਾ ਪ੍ਰਿੰਸੀਪਲ ਆ ਇਹ ਸਾਨੂੰ ਸਬ ਸ਼ੈਲਸ ਨੂੰ ਇੱਕ ਆਰਡਰ ਦੇ ਵਿੱਚ ਦੱਸਦਾ ਹੈ ਵੀ ਤੁਸੀਂ ਉਸ ਸਬ ਸ਼ੈਲ ਨੂੰ ਕਿਸ ਆਰਡਰ ਵਿੱਚ ਰੱਖਣਾ ਹੈ ਅਤੇ ਕਿਸ ਆਰਡਰ ਵਿੱਚ ਫਿਲ ਕਰਨਾ ਹੈ। ਤਾਂ ਉਹ ਇਸ ਬਾਰੇ ਅਸੀਂ ਪੜ੍ਹਦੇ ਹਾਂ। ਦੇਖੋ, it states that in the ground state of an atom an electron enter the orbital of lowest energy first and subsequent electrons are fed in increasing order of increasing energy। ਇਹਦਾ ਕਹਿਣ ਦਾ ਮਤਲਬ ਇਹ ਬੱਚੇ ਵੀ ਜੋ ਅਸੀਂ ਪਹਿਲਾ ਇਲੈਕਟ੍ਰੋਨ ਫਿਲ ਕਰਨਾ ਹੈ ਉਹ ਇਲੈਕਟ੍ਰੋਨ ਲੋਐਸਟ ਐਨਰਜੀ ਔਰਬਿਟਲ ਦੇ ਵਿੱਚ ਜਾਣਾ। ਮਤਲਬ ਇਹਦਾ ਮਤਲਬ ਇਹ ਨਹੀਂ ਇਹਦਾ ਮੈਂ ਪਹਿਲਾਂ ਹੀ ਦੱਸਤਾ ਇਸ ਬਾਰੇ ਵੀ ਸਾਨੂੰ ਇਹ ਇੱਕ ਆਰਡਰ ਦੇਵੇਗਾ। ਅਤੇ ਉਹ ਆਰਡਰ ਮੈਂ ਦਿਖਾ ਦਿੰਦਾ ਕਿਸ ਤਰ੍ਹਾਂ ਦਾ ਆਰਡਰ ਹੈ। ਇਹ ਆਰਡਰ ਜੇ ਵਿਜ਼ੀਬਲ ਹੋਵੇ ਤਾਂ ਇਸ ਤਰ੍ਹਾਂ ਦਾ ਆਰਡਰ ਹੈ। ਇਸ ਤਰ੍ਹਾਂ ਦਾ ਆਰਡਰ ਹੈ 1s 2s 2p 3s 3p 4s 3d 3p। ਇਹਨਾਂ ਬਾਰੇ ਵੀ ਚਰਚਾ ਕਰਾਂਗੇ ਵੀ ਅਸੀਂ ਇਹੋ ਜਿਹਾ ਐਵੇਂ ਦਾ ਆਰਡਰ ਹੀ ਕਿਉਂ ਲੈਣਾ। ਹੰਡਸ ਰੂਲ ਸਾਨੂੰ ਦੱਸਦਾ ਵੀ ਤੁਸੀਂ ਜਦੋਂ ਵੀ ਇਲੈਕਟ੍ਰੋਨ ਫਿਲ ਕਰਨੇ ਆ ਕਨਫੀਗਰੇਸ਼ਨ ਦੇ ਵਿੱਚ ਤਾਂ ਤੁਸੀਂ ਇਹ ਇੱਕ ਸਪੈਸੀਫਿਕ ਆਰਡਰ ਲੈਣਾ। ਅਤੇ ਅਸੀਂ ਇਹੀ ਆਰਡਰ ਕਿਉਂ ਲੈਣਾ? ਇਹੀ ਆਰਡਰ ਲੈਣ ਦਾ ਬੱਚੇ ਮਤਲਬ ਆ ਵੀ ਇਹ ਜਿਸ ਤਰ੍ਹਾਂ ਦਾ ਇਹ ਆਰਡਰ ਅਸੀਂ ਇਹਨੂੰ ਲਿਖਿਆ ਹੋਇਆ ਇਹ ਇੱਧਰ ਲੋਐਸਟ ਐਨਰਜੀ ਔਰਬਿਟਲ ਆ। ਮਤਲਬ ਜਿਹੜੇ ਔਰਬਿਟ ਦੇ ਵਿੱਚ ਅਸੀਂ ਇਲੈਕਟ੍ਰੋਨ ਪਹਿਲਾਂ ਫਿਲ ਕਰਨੇ ਆ ਉਹਨਾਂ ਦੀ ਐਨਰਜੀ ਲੋਐਸਟ ਹੋਣੀ ਚਾਹੀਦੀ ਹੈ। ਜੋ ਇੱਧਰ ਵਾਲਿਆਂ ਦੀ ਔਰਬਿਟਲ ਦੀ ਐਨਰਜੀ ਕੀ ਆ, ਉਹ ਕੀ ਆ, ਹਾਈ। ਤਾਂ ਅਸੀਂ ਘੱਟ ਤੋਂ ਜ਼ਿਆਦਾ ਵੱਲ ਜਾਣਾ, ਇਨਕਰੀਜ਼ਿੰਗ ਆਰਡਰ ਜਾਣਾ, ਇਨਕਰੀਜ਼ਿੰਗ ਆਰਡਰ ਵੱਲ ਜਾਣਾ। ਕਹਿਣ ਦਾ ਮਤਲਬ ਵੀ ਪਹਿਲਾਂ ਅਸੀਂ ਘੱਟ ਫਿਰ ਵੱਧ ਉਸ ਤੋਂ ਬਾਅਦ। ਠੀਕ ਆ, ਉਸ ਤੋਂ ਬਾਅਦ ਇੱਕ ਇਹਦੇ ਰਿਗਾਰਡਿੰਗ ਹੋਰ ਜੋ ਪੁਆਇੰਟਸ ਨੇ ਇਸ 'ਤੇ ਉਹ ਡਿਸਕਸ ਕਰਾਂਗੇ। ਜਿਵੇਂ ਦੇਖੋ, ਇੱਕ ਅਸੀਂ ਦੇਖੋ ਐਨ ਬਾਰੇ ਪੜ੍ਹ ਚੁੱਕੇ ਹਾਂ, ਅਸੀਂ ਐਲ ਬਾਰੇ ਪੜ੍ਹ ਚੁੱਕੇ ਹਾਂ। ਐਨ ਕੀ ਸੀ ਬੱਚੇ? ਪ੍ਰਿੰਸੀਪਲ ਕੁਆਂਟਮ ਨੰਬਰ। ਐਲ ਕੀ ਸੀ? ਐਜ਼ੀਮੂਥਲ ਕੁਆਂਟਮ ਨੰਬਰ। ਸਾਨੂੰ ਉਹਨਾਂ ਬਾਰੇ ਨੌਲੇਜ ਹੈ, ਮੰਨ ਕੇ ਚੱਲਦੇ ਹਾਂ। ਤਾਂ ਦੇਖੋ ਕਿਵੇਂ ਫਿਲ ਕਰਨੇ, ਅਸੀਂ ਉਹਨਾਂ ਨੂੰ ਕਿਵੇਂ ਯੂਜ਼ ਕਰਨਾ। ਬੱਚੇ ਦੇਖੋ, ਲੋਅਰ ਜਿਹਦੀ n+l ਦੀ ਟੋਟਲ ਵੈਲਿਊ ਲੋਅਰ ਹੋਊਗੀ ਤਾਂ ਅਸੀਂ ਉਹਨੂੰ ਕਹਿ ਦਾਂਗੇ ਵੀ ਉਹ ਲੋਅਰ ਐਨਰਜੀ ਆ, ਉਹ ਪਹਿਲਾਂ ਫਿਲ ਹੋਣਾ। ਇਨ ਕੇਸ ਮਤਲਬ ਜੇ ਅਸੀਂ ਦੋ ਔਰਬਿਟਲ ਮੰਨ ਕੇ ਚਲੋ ਸਾਡੇ ਕੋਲ ਉਹਨਾਂ ਦੀ ਮਤਲਬ ਮੰਨ ਕੇ ਚਲੋ ਐਨ ਦੋਨਾਂ ਦੀ ਸੇਮ ਆ। ਪਹਿਲੇ ਕੇਸ ਦੇ ਵਿੱਚ ਐਨ ਦੋਨਾਂ ਦੀ ਸੇਮ ਆ, ਦੋਨਾਂ ਦਾ ਐਲ ਦਾ ਫਰਕ ਹੋਊਗਾ। ਤਾਂ ਉਹਦੇ ਰਿਗਾਰਡਿੰਗ ਅਸੀਂ ਇਹ ਦੇਖਾਂਗੇ ਵੀ ਐਲ ਜਿਹਦੀ ਘੱਟ ਅਸੀਂ ਉਹ ਪਹਿਲਾਂ ਫਿਲ ਕਰਨਾ। ਦੂਸਰੇ ਕੇਸ ਦੇ ਵਿੱਚ ਇਹ ਹੈ ਵੀ ਜੇ n+l ਦੋਨਾਂ ਔਰਬਿਟਲ ਦੀ ਸੇਮ ਆ ਜੇ ਤਾਂ ਅਸੀਂ ਕੀ ਕਰਾਂਗੇ, ਤਾਂ ਬੱਚੇ ਲੋਅਰ ਐਨ ਦੇਖਣਾ। ਮਤਲਬ ਜਿਹਦਾ ਐਨ ਦੋਨਾਂ ਦੇ ਕੇਸਾਂ ਦੇ ਵਿੱਚੋਂ ਘੱਟ ਹੋਊਗਾ ਅਸੀਂ ਉਹਨੂੰ ਲੋਅਰ ਐਨਰਜੀ ਮੰਨਣਾ ਅਤੇ ਉਹਨੂੰ ਪਹਿਲਾਂ ਅਸੀਂ ਫਿਲ ਕਰ ਦੇਣਾ। ਜਿਵੇਂ ਦੇਖੋ, ਜਿਵੇਂ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ। ਜਿਵੇਂ ਦੇਖੋ 1s 2s 2p 3s 3p 4s 4d 4p। ਦੇਖੋ ਐਨ ਕੀ ਆ? ਐਨ ਦਾ ਮੇਨ ਸਬ ਸ਼ੈਲ ਹੁੰਦਾ ਨਾ। ਜਿਵੇਂ 1s ਦਾ 1 2s ਦਾ 2 2p ਦਾ ਵੀ 2 3s ਦਾ ਵੀ 2 3 3p ਦਾ ਵੀ 3 4s ਦਾ 4 3d ਦਾ 3 4p ਦਾ 4 ਹੀ ਹੋਊਗਾ। ਐਲ ਕੀ ਹੁੰਦਾ? ਐਲ ਦੇਖੋ, ਐਲ ਸਬ ਸ਼ੈਲ ਡਿਸਕਰਾਈਬ ਕਰਦਾ। ਜੇ ਐਸ ਆ ਤਾਂ 0 ਆ, ਜੇ ਪੀ ਆ ਤਾਂ 1 ਆ, ਜੇ ਡੀ ਆ ਤਾਂ 2 ਹੈ। ਜਿਵੇਂ ਦੇਖੋ ਐਸ ਦਾ 1 ਐਸ ਦਾ 0 ਐਸ ਦਾ 0 ਪੀ ਦਾ 1 ਐਸ ਦਾ 0 ਪੀ ਦਾ 1 ਐਸ ਦਾ 0 ਡੀ ਦਾ 2 ਪੀ ਦਾ ਕਿੰਨਾ? ਪੀ ਦਾ 1। ਤਾਂ n+l ਦੇਖੋ ਧਿਆਨ ਨਾਲ ਦੇਖੋ n+l ਇਹਨਾਂ ਦੋਨਾਂ ਦੇ ਵਿੱਚੋਂ ਵੱਡਾ, ਇਹਨਾਂ ਦੋਨਾਂ ਦੇ ਵਿੱਚੋਂ ਇਹ ਵੱਡਾ ਨਾ। ਹਾਂਜੀ, ਇਹਨਾਂ ਦੋਨਾਂ n+l ਦੇ ਵਿੱਚੋਂ ਜੋ ਛੋਟਾ ਉਹ ਮੂਹਰੇ। ਦੇਖੋ n+l 1 ਆ 2 ਤੋਂ, ਮਤਲਬ ਇਹ ਛੋਟਾ ਤਾਂ ਇਹ ਮੂਹਰੇ। ਦੇਖੋ ਇਹਨਾਂ ਦੋਨਾਂ ਡਿਫਰੈਂਸ ਕਿੰਨਾ? 3 ਇਹ ਮੂਹਰੇ। ਇਹ ਦੋਨੇ ਬੱਚੇ ਸੇਮ ਆ ਗਏ। ਤਾਂ ਇੱਥੇ ਅਸੀਂ ਕਿਹੜਾ ਕ੍ਰਾਈਟੇਰੀਆ ਲਾਵਾਂਗੇ? ਇੱਥੇ ਅਸੀਂ ਕਹਾਂਗੇ ਵੀ ਜਿਹਦਾ ਐਨ ਛੋਟਾ ਸੀ ਉਹ ਪਹਿਲਾਂ ਰੱਖਣਾ। ਐਨ ਕਿਹਦਾ ਛੋਟਾ? 2b ਤਾਂ ਛੋਟਾ ਰੱਖ ਲਿਆ। ਦੇਖੋ 3 ਤੇ 4 ਤੋਂ 3 ਛੋਟਾ ਤਾਂ ਇਹ ਮੂਹਰੇ ਰੱਖ ਲਿਆ। 4 4 ਵੱਡਾ, ਦੋਨੇ ਵੱਡੇ ਨੇ, ਮਤਲਬ ਦੋਨੇ ਸੇਮ ਨੇ। ਤਾਂ ਦੋਨਾਂ ਸੇਮ ਦੇ ਵਿੱਚ ਅਸੀਂ ਐਨ ਨੂੰ ਲੈ ਕੇ ਚੱਲਣਾ। ਐਨ ਕਿੰਨਾ? 3 ਤਾਂ ਅਸੀਂ ਇਹ ਲੈ ਲਿਆ। 4 ਤੇ 5 ਦੇਖੋ ਇਹੀ ਮਤਲਬ ਇਹੀ ਵੱਡਾ ਅਤੇ 5 ਇੱਥੇ ਸੇਮ ਆ ਗਿਆ। ਤਾਂ ਇੱਥੇ ਵੀ ਅਸੀਂ ਐਨ ਵਾਲਾ ਕੰਸੈਪਟ ਲਾਵਾਂਗੇ, ਜਿਹਦਾ ਐਨ ਛੋਟਾ ਉਹ ਲੋਅਰ ਐਨਰਜੀ। ਤਾਂ ਦੇਖੋ ਇੱਥੋਂ ਕਲੀਅਰ ਹੋ ਗਿਆ ਹੋਣਾ ਤੁਹਾਨੂੰ ਵੀ ਜਿਸ ਦੀ
ਜਿਹੜੇ ਔਰਬਿਟਲ ਦੇ ਵਿੱਚ ਲੋਅਰ એનર્ਜੀ ਹੈ ਉਸ ਨੂੰ ਪਹਿਲਾਂ ਫਿਲ ਕਰਨਾ। ਇਨ ਕੇਸ ਸਾਡੇ ਕੋਲ ਦੋ ਕੇਸ ਆ ਜਾਂਦੇ ਨੇ, ਜਿਹਦੀ ਬੱਚੇ n+l ਲੋਅਰ ਆ ਅਸੀਂ ਉਹਨੂੰ ਲੋਅਰ એનર્ਜੀ ਮੰਨਣਾ, ਜਿਹਦੀ n+l ਮਤਲਬ ਸੇਮ ਆ ਗਿਆ ਤਾਂ ਉੱਥੇ ਅਸੀਂ ਕਹਿ ਦਾਂਗੇ ਵੀ ਜਿਹੜੇ ਔਰਬਿਟਲ ਦੀ n ਛੋਟੀ ਆ ਤਾਂ ਅਸੀਂ ਉਹ ਔਰਬਿਟਲ ਨੂੰ ਅਸੀਂ ਪਹਿਲਾਂ ਫਿਲ ਕਰ ਲਾਂਗੇ। ਜਿਵੇਂ ਦੇਖੋ ਕਾਰਬਨ ਹੈ, ਕਾਰਬਨ ਦਾ ਜੋ ਐਟੋਮਿਕ ਨੰਬਰ ਹੁੰਦਾ ਬੱਚੇ 6 ਹੁੰਦਾ। ਅਸੀਂ ਇਹ ਆਰਡਰ ਲਿਖ ਲਾਂਗੇ, ਸਭ ਤੋਂ ਪਹਿਲਾਂ 1s 2s 2p 3s। ਜਿਵੇਂ ਦੇਖੋ ਕਾਰਬਨ ਹੈ C ਤਾਂ ਇਹਦਾ Z ਕਿੰਨਾ ਹੁੰਦਾ 6, Z ਮਤਲਬ ਐਟੋਮਿਕ ਨੰਬਰ 6 ਹੁੰਦਾ। ਤਾਂ ਸਭ ਤੋਂ ਪਹਿਲਾਂ ਅਸੀਂ ਉਹ ਕਨਫੀਗਰੇਸ਼ਨ ਲਿਖ ਲਾਂਗੇ 1s 2s 2p, ਜੇ ਲੋਡ ਪੀ ਤਾਂ ਅੱਗੇ ਲਿਖ ਲਾਂਗੇ। ਦੇਖੋ ਐਸ ਸਬ ਸ਼ੈਲ ਦੇ ਵੀ ਸਾਨੂੰ ਪਤਾ ਮੈਕਸਿਮਮ ਨੰਬਰ ਕਿੰਨੇ ਚਾਹੀਦੇ ਨੇ, 2 ਆ ਸਕਦੇ ਨੇ। ਐਸ ਦੇ ਵਿੱਚ ਮੈਕਸਿਮਮ ਨੰਬਰ ਆਫ ਇਲੈਕਟ੍ਰੋਨ ਕਿੰਨੇ ਆ ਸਕਦੇ ਨੇ, 2 ਆ ਸਕਦੇ ਨੇ। ਪੀ ਦੇ ਵਿੱਚ ਬੱਚੇ 6 ਆ ਸਕਦੇ ਨੇ, ਪਰ ਅਸੀਂ 6 ਪੂਰੇ ਕਰਨਾ ਤੇ ਸਿਰਫ ਅਸੀਂ 2 ਹੀ ਲਿਖਾਂਗੇ। ਇਹਦੇ ਵਿੱਚ 6 ਸਕਦੇ ਨੇ ਪਰ ਲਿਖਾਂਗੇ ਇਹਨੂੰ 2 ਹੀ। ਤਾਂ ਥੋੜ੍ਹਾ ਜਿਹਾ ਮੈਂ ਹੋਰ ਡਿਸਕ੍ਰਾਈਬ ਕਰ ਦਿੰਦਾ। ਦੇਖੋ ਜਿਵੇਂ ਜੋ ਐਸ ਔਰਬਿਟਲ ਆ ਉਹਨੂੰ ਅਸੀਂ ਐਂ ਬਣਾਉਂਦੇ ਹੁੰਦੇ ਹਾਂ, ਜਿਵੇਂ 1s ਹੋਇਆ 2s ਹੋਇਆ। ਪੀ ਦੇ ਵਿੱਚ 3 ਔਰਬਿਟਲ ਹੁੰਦੇ ਨੇ, ਦੇਖੋ ਇਹ ਬਣ ਗਿਆ ਤੁਹਾਡਾ 2p, ਅਤੇ ਇਹਨੂੰ ਕਹਿੰਦੇ ਨੇ ਬੱਚੇ px, ਇਹਨੂੰ ਕਹਿੰਦੇ ਨੇ py, ਇਹਨੂੰ ਕਹਿੰਦੇ ਨੇ pz। ਇਹਦੇ ਵਿੱਚ 2 ਇਲੈਕਟ੍ਰੋਨ, ਇਹਦੇ ਵਿੱਚ 2 ਇਲੈਕਟ੍ਰੋਨ, ਇਹਦੇ ਵਿੱਚ ਸਿੰਗਲੀ ਫਿਲਡ ਇਲੈਕਟ੍ਰੋਨ। ਤਾਂ ਬੱਚੇ ਇਹ ਸੀ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ। ਤਾਂ ਐਵੇਂ ਹੀ ਲਿਖਣੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਐਸ ਸਬ ਸ਼ੈਲ ਦੇ ਵਿੱਚ ਮੈਕਸਿਮਮ 2 ਇਲੈਕਟ੍ਰੋਨ ਆ ਸਕਦੇ ਨੇ, ਪੀ ਸਬ ਸ਼ੈਲ ਦੇ ਵਿੱਚ ਮੈਕਸਿਮਮ 6 ਇਲੈਕਟ੍ਰੋਨ ਆ ਸਕਦੇ ਨੇ, ਡੀ ਸਬ ਸ਼ੈਲ ਦੇ ਵਿੱਚ ਮੈਕਸਿਮਮ 10 ਇਲੈਕਟ੍ਰੋਨ ਆ ਸਕਦੇ ਨੇ, ਅਤੇ ਲਿਖਦੇ ਨੇ ਅਤੇ ਐਸ ਦੇ ਵਿੱਚ ਮੈਕਸਿਮਮ 2 ਆ ਸਕਦੇ ਨੇ, ਅਤੇ ਪੀ ਦੇ ਵਿੱਚ 6 ਆ ਸਕਦੇ ਨੇ, ਡੀ ਦੇ ਵਿੱਚ 10 ਆ ਸਕਦੇ ਨੇ, ਅਤੇ ਐਫ ਦੇ ਵਿੱਚ 14 ਲੱਗ ਇਹ ਮੈਕਸਿਮਮ ਇਲੈਕਟ੍ਰੋਨ ਅਕਮੋਡੇਟ ਕਰ ਸਕਦੇ ਨੇ ਇਹ ਸ਼ਬਦ ਸ਼ੈਲ। ਇਸ ਤੋਂ ਬਾਅਦ ਵਿੱਚ ਇਹਨਾਂ ਨੇ ਸਕੈਂਡੀਅਮ ਦੀ ਦਿਖਾਈ ਹੋਈ ਆ। ਦੇਖੋ ਇਸ ਤੋਂ ਸਕੈਂਡੀਅਮ ਦਿਖਾਈ ਹੋਈ ਹੈ। ਸਕੈਂਡੀਅਮ ਦਾ ਹੁੰਦਾ ਐਟੋਮਿਕ ਨੰਬਰ ਐਟੋਮਿਕ ਨੰਬਰ 21 ਹੁੰਦਾ। ਦੇਖੋ 1s ਸਕੇਅਰ, ਐਸ ਦੇ ਵਿੱਚ ਮੈਕਸਿਮਮ 2 ਆ ਸਕਦੇ ਨੇ, ਐਸ ਦੇ ਵਿੱਚ ਮੈਕਸਿਮਮ 2 ਆ ਸਕਦੇ ਨੇ, ਪੀ ਦੇ ਵਿੱਚ ਮੈਕਸਿਮਮ 6 ਆ ਸਕਦੇ ਨੇ, ਐਸ ਦੇ ਵਿੱਚ ਮੈਕਸਿਮਮ 2 ਆ ਸਕਦੇ ਨੇ, ਪੀ ਦੇ ਵਿੱਚ ਮੈਕਸਿਮਮ 6 ਆ ਸਕਦੇ ਨੇ। 4s2 ਪਹਿਲਾਂ, ਕਿਉਂਕਿ ਅਸੀਂ ਇੱਧਰੋਂ ਫਿਲ ਕਰਦੇ ਜਾਣਾ ਤਾਂ 4s2 ਨੂੰ ਪਹਿਲਾਂ ਫਿਲ ਕਰ ਦਾਂਗੇ, 3d1 ਨੂੰ ਬਾਅਦ ਦੇ ਵਿੱਚ ਫਿਲ ਕਰਾਂਗੇ। ਪਹਿਲੀ ਗੱਲ ਤਾਂ ਬੱਚੇ ਇਹ ਆ ਵੀ ਤੁਹਾਡੇ ਇਹ ਆਰਡਰ ਯਾਦ ਹੋਣਾ ਚਾਹੀਦਾ ਵੀ ਅਸੀਂ ਇਹ ਆਰਡਰ ਲੈਣਾ ਕਿਵੇਂ। ਦੂਜੀ ਗੱਲ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਐਸ ਦੇ ਵਿੱਚ ਕਿੰਨੇ ਆ ਸਕਦੇ ਨੇ, ਪੀ ਦੇ ਵਿੱਚ ਕਿੰਨੇ ਆ ਸਕਦੇ ਨੇ, ਡੀ ਦੇ ਵਿੱਚ ਕਿੰਨੇ ਆ ਸਕਦੇ ਨੇ, ਐਫ ਦੇ ਵਿੱਚ ਕਿੰਨੇ ਆ ਸਕਦੇ ਨੇ। ਅਤੇ ਜੋ ਇੱਕ ਮੈਂ ਫਿਗਰ ਦਿਖਾਵਾਂਗਾ ਤੁਹਾਨੂੰ, ਇਹ ਫਿਗਰ ਤੁਹਾਡੀ ਬੁੱਕ 'ਤੇ ਹੀ ਬਣੀ ਹੋ ਸਕਦੀ ਆ ਵੀ ਪਹਿਲਾਂ ਐਸ ਨੂੰ ਫਿਲ ਕਰਨਾ, ਉਦੋਂ ਬਾਅਦ 'ਚੋਂ ਫਿਰ 2s ਨੂੰ ਫਿਲ ਕਰਨਾ, ਫਿਰ 2p 3s ਨੂੰ ਫਿਲ ਕਰਨਾ, ਫਿਰ 3p 4s ਨੂੰ ਫਿਲ ਕਰਨਾ। ਉਦੋਂ ਬਾਅਦ 'ਚ ਐਵੇਂ ਜਿਹੜਾ ਆਰਡਰ ਆ ਬੱਚੇ ਇਹ ਜਿਵੇਂ ਦਾ ਆਰਡਰ ਹੈਗਾ ਇਹਨੂੰ ਉਵੇਂ ਹੀ ਫਿਲ ਕਰਨਾ। ਕਲੀਅਰ ਆ, ਉਮੀਦ ਹੈ ਪਸੰਦ ਆਇਆ ਹੋਵੇਗਾ। ਇਸ ਤੋਂ ਬਾਅਦ ਨੈਕਸਟ ਟੌਪਿਕ ਕਰਦੇ ਹਾਂ ਬੱਚੇ। ਨੈਕਸਟ ਪ੍ਰਿੰਸੀਪਲ ਸਾਡਾ ਜਾਂ ਨੈਕਸਟ ਰੂਲ ਆ ਉਹ ਹੈ ਹੰਡਜ਼ ਰੂਲ। ਹੰਡਜ਼ ਰੂਲ ਆਫ ਮੈਕਸਿਮਮ ਮਲਟੀਪਲਿਸਿਟੀ ਕਹਿੰਦੇ ਨੇ ਇਹਨੂੰ। ਦੇਖੋ ਅਕੋਰਡਿੰਗ ਟੂ ਦਿਸ ਦੀ ਇਲੈਕਟ੍ਰੋਨ ਪੇਅਰਿੰਗ, ਸਭ ਤੋਂ ਪਹਿਲੀ ਗੱਲ ਆ ਬੱਚੇ ਇਹ ਇਲੈਕਟ੍ਰੋਨ ਪੇਅਰਿੰਗ ਦੇ ਬਾਰੇ ਆ। ਮੈਂ ਜੋ ਤੁਹਾਨੂੰ ਪਹਿਲਾਂ ਫਿਲਡ ਕਰਕੇ ਦਿਖਾਏ ਸੀ ਇਹ ਵਾਲੇ, ਇਹਨਾਂ ਨੂੰ ਇਲੈਕਟ੍ਰੋਨ ਪੇਅਰ ਕਰਨੇ ਕਹਿੰਦੇ ਹੁੰਦੇ ਨੇ। ਜੋ ਇਲੈਕਟ੍ਰੋਨਿਕ ਕਨਫੀਗਰੇਸ਼ਨ ਉਹ ਸਿੰਪਲੀ ਇਹ ਆ, ਪਰ ਪੇਅਰਿੰਗ ਕਰਨੀ ਇਹ ਆ। ਤਾਂ ਇਸ ਤੋਂ ਬਾਅਦ ਇੱਦਾਂ ਦੇਖਦੇ ਹਾਂ ਇਸ ਤੋਂ ਅੱਗੇ ਆਪਾਂ ਕੀ ਕਰਨਾ। ਅਕੋਰਡਿੰਗ ਟੂ ਦਿਸ ਰੂਲ ਦੀ ਇਲੈਕਟ੍ਰੋਨ ਪੇਅਰਿੰਗ ਵਿਲ ਨੋਟ ਟੇਕ ਪਲੇਸ ਇਨ ਔਰਬਿਟਲ ਆਫ ਸੇਮ ਐਨਰਜੀ। ਇਹ ਕਹਿੰਦੇ ਨੇ ਵੀ ਸੇਮ ਐਨਰਜੀ ਤੱਕ ਐਵੇਂ ਨਹੀਂ ਹੋਣਾ ਵੀ ਜਿਵੇਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਸਿੰਪਲੀ ਫਿਲ ਹੋ ਜਾਣੀ ਅਨਟਿਲ ਈਚ ਔਰਬਿਟਲੀ ਸਿੰਗਲੀ ਫਿਲਡ। ਮਤਲਬ ਵੀ ਸੇਮ ਐਨਰਜੀ ਦੇ ਵਿੱਚ ਵੀ ਇਹ ਨਹੀਂ ਹੈਗਾ ਵੀ ਪੇਅਰ ਕਰ ਦੇਣੇ ਸਿੱਧੇ ਇਲੈਕਟ੍ਰੋਨ, ਮਤਲਬ ਉਹਦੇ ਵਿੱਚ ਵੀ ਇਸ ਤਰ੍ਹਾਂ ਪੇਅਰ ਕਰਨੇ। ਸਭ ਤੋਂ ਪਹਿਲਾਂ ਕਹਿਣ ਦਾ ਮਤਲਬ ਇਹਨਾਂ ਦੇ ਇਹ ਆ ਵੀ ਸਿੰਗਲੀ ਫਿਲਡ ਕਰਨੇ ਆ। ਹੰਡਜ਼ ਰੂਲ ਆਫ ਮੈਕਸਿਮਮ ਮਲਟੀਪਲਿਸਿਟੀ ਦੇਖੋ ਹੁਣ ਬਰੀਫ ਦੇ ਵਿੱਚ। ਫੋਰ ਡੀਜਨਰੇਟ ਔਰਬਿਟਲ, ਮੈਂ ਡੀਜਨਰੇਟ ਨੂੰ ਥੋੜ੍ਹਾ ਦੱਸਦਾ ਵੀ ਡੀਜਨਰੇਟ ਦਾ ਮਤਲਬ ਵਿੱਚ ਕੀ ਹੁੰਦਾ। ਡੀਜਨਰੇਟ ਦਾ ਮਤਲਬ ਹੁੰਦਾ ਵੀ ਸੇਮ ਐਨਰਜੀ ਵਾਲੇ ਔਰਬਿਟਲ। For degenerate orbital, pairing take place only after each orbital is singly filled। ਦੇਖੋ ਐਗਜ਼ਾਮਪਲ ਤੋਂ ਸਮਝਦੇ ਹਾਂ। ਹਾਂਜੀ ਜਿਵੇਂ ਦੇਖੋ px py pz ਆ, ਮੈਂ ਇਹਨਾਂ ਤਿੰਨਾਂ ਔਰਬਿਟਲ ਨੂੰ ਡੀਜਨਰੇਟ ਔਰਬਿਟਲ ਕਹਿ ਸਕਦਾ। ਕਿਉਂ ਕਹਿ ਸਕਦਾ? ਕਿਉਂਕਿ ਇਹਨਾਂ ਤਿੰਨਾਂ ਦੀ ਐਨਰਜੀ ਮੈਂ ਸੇਮ ਮੰਨੂਗਾ। ਅਤੇ ਹੰਡਜ਼ ਰੂਲ ਇਹ ਕਹਿ ਸਕਦਾ ਵੀ ਜਦੋਂ ਤੁਹਾਡੇ ਕੋਲ ਇਹੋ ਜਿਹਾ ਕੇਸ ਆ ਜਾਏ ਵੀ ਤਿੰਨਾਂ ਔਰਬਿਟਲਾਂ ਦੇ ਵਿੱਚ ਜਾਂ ਡੀ ਦੇ ਵਿੱਚ 10 ਔਰਬਿਟਲ ਜਾਂ ਐਫ ਦੇ ਵਿੱਚ ਡੀ ਦੇ ਵਿੱਚ 5 ਔਰਬਿਟਲ ਅਤੇ ਐਫ ਦੇ ਵਿੱਚ 7 ਔਰਬਿਟਲ ਆ ਜਾਣ, ਉਹਨਾਂ ਨੂੰ ਅਸੀਂ ਡੀਜਨਰੇਟ ਔਰਬਿਟਲ ਕਹਾਂਗੇ। ਕਿਉਂਕਿ ਪੀ ਦੇ ਵਿੱਚ 3 ਨੇ, ਡੀ ਦੇ ਵਿੱਚ 5 ਨੇ, ਐਫ ਦੇ ਵਿੱਚ 7 ਨੇ। ਤਾਂ ਉਹਨਾਂ ਦੇ ਵਿੱਚ ਤੁਸੀਂ ਇਹ ਨਹੀਂ ਕਰਨਾ ਹੈਗਾ ਵੀ ਇਹਦੇ ਵਿੱਚ ਨਾਲ ਇਹ ਫਿਲ ਕਰਤਾ, ਇਹਨੂੰ ਇੱਥੇ ਫਿਲ ਕਰਤਾ। ਇਹ ਜੋ ਰੂਲ ਜੋ ਮਤਲਬ ਪੇਅਰਿੰਗ ਕਰਨ ਦਾ ਮੈਥਡ ਆ, ਜਿਵੇਂ ਦੇਖੋ ਮੈਂ ਪੇਅਰਿੰਗ ਕਰਨ ਦਾ ਮੈਥਡ ਦੱਸਦਾ ਵੀ ਕਿਵੇਂ। ਪਹਿਲਾਂ ਕਹਿੰਦੇ ਸਿੰਗਲੀ ਫਿਲਡ ਕਰਨੀ ਆ, ਬਸ ਪੇਅਰਿੰਗ ਕਰਨ ਦਾ ਮੈਥਡ ਇਹ ਆ ਸਮਝ ਲਓ। ਹਾਂਜੀ ਉਹ ਆਕਸੀਜਨ ਦਾ ਦੇਖੋ Z8 ਹੈ, ਮਤਲਬ ਸਭ ਤੋਂ ਪਹਿਲਾਂ ਦੇਖੋ ਇਹਨੂੰ ਸਿੰਗਲੀ ਫਿਲਡ ਕਰਾਂਗੇ।
ਕਿਉਂਕਿ ਪਹਿਲਾਂ ਤੁਸੀਂ 1s ਕਰਨਾ, ਪਹਿਲਾਂ 1s ਦਾ ਸਿੰਗਲ ਕੀਤਾ, ਉਦੋਂ ਬਾਅਦ 'ਚ ਡਬਲ ਕਰਤਾ ਇਹਨੂੰ, 2s ਦਾ ਸਿੰਗਲ ਕੀਤਾ, ਉਦੋਂ ਬਾਅਦ ਡਬਲ ਕਰਤਾ, ਮਤਲਬ ਇਹਨੂੰ ਮੁਕਾਉਣਾ ਪੂਰੇ ਨੂੰ ਪਹਿਲਾਂ। ਹਾਂਜੀ, Z ਦੇ ਵਿੱਚ ਅਸੀਂ 8 ਪਾਉਣੇ ਆ। ਹੁਣ Z ਦੇ ਵਿੱਚ 8 ਪਾਉਣੇ ਆ, ਅਸੀਂ 4 ਪਹਿਲਾਂ ਫਿਲਡ ਕਰ ਚੁੱਕੇ ਹਾਂ। ਹੁਣ ਸਭ ਤੋਂ ਪਹਿਲਾਂ ਸਿੰਗਲ ਹੀ ਫਿਲਡ ਕਰਾਂਗੇ। ਹੁਣ ਦੇਖੋ ਮੇਰੀ ਮਰਜ਼ੀ ਦਾ ਇਹ ਵੀ ਮੇਰੀ ਮਰਜ਼ੀ ਤਾਂ ਇਹਦੀ ਵੀ ਚੱਲ ਸਕਦੀ ਹੈ। ਲੈ ਮੈਂ 4 ਹੀ ਫਿਲਡ ਕਰਨੇ ਸੀ, ਕਰਤੇ ਆ, ਸਿੰਗਲ ਫਿਲਡ ਰੱਖਤਾ। ਦੇਖੋ 2 4 6 8 ਹੋ ਗਏ, 8 ਹੀ ਪੂਰੇ ਕਰਨੇ ਸੀਗੇ। ਪਰ ਜਿਹੜਾ ਅਸਲੀ ਮੈਥਡ ਆ ਉਹ ਇਹ ਗੱਲ ਕਹਿ ਰਿਹਾ ਵੀ ਪਹਿਲਾਂ ਬੱਚੇ ਤੁਸੀਂ ਸਿੰਗਲੀ ਫਿਲਡ ਕਰਨੇ ਹੋ, ਪਹਿਲਾਂ ਸਿੰਗਲੀ ਫਿਲਡ ਹੋਊਗੀ, ਦੁਆ ਜੋ ਡਬਲ ਕਰ ਦਿਓ। ਇਹ ਮੈਥਡ ਗਲਤ ਆ, ਮੈਥਡ ਸਹੀ ਆ। ਆਹ ਮੈਥਡ ਗਲਤ ਆ, ਮੈਥਡ ਬਿਲਕੁਲ ਸਹੀ ਆ। ਕਹਿਣ ਦਾ ਭਾਵ ਇਹ ਹੈ ਵੀ ਫੋਰ ਡੀਜਨਰੇਟ ਔਰਬਿਟਲਸ ਤੁਸੀਂ ਪੇਅਰਿੰਗ ਸਟਾਰਟ ਉੱਥੇ ਕਰਨੀ ਆ ਜਿੱਥੇ ਪੇਅਰਿੰਗ ਸਟਾਰਟ ਕਰਨ ਵੇਲੇ ਇਸ ਗੱਲ ਦਾ ਧਿਆਨ ਰੱਖਣਾ ਵੀ ਤੁਹਾਡੀ ਜਿਹੜੀ ਪੇਅਰਿੰਗ ਆ ਉਹ ਪਹਿਲਾਂ ਸਿੰਗਲੀ ਫਿਲਡ ਹੋਣੀ ਚਾਹੀਦੀ ਆ। ਪਹਿਲਾਂ ਹੀ ਨਾ ਤੁਸੀਂ ਡਬਲੀ ਫਿਲਡ ਕਰ ਦਿਓ, ਪਹਿਲਾਂ ਹੀ ਪੇਅਰਿੰਗ ਨਾ ਕਰ ਦਿਓ। ਪੇਅਰਿੰਗ ਸਿੰਗਲੀ ਫਿਲਡ ਤੋਂ ਬਾਅਦ ਸ਼ੁਰੂ ਹੋਣੀ ਆ, ਮੇਨ ਗੱਲ ਇਹ ਹੈ। ਕਲੀਅਰ ਆ। ਉਸ ਤੋਂ ਬਾਅਦ ਬੱਚੇ ਨੈਕਸਟ ਆਪਣਾ ਹੈ ਪੋਲੀਸ ਐਕਸਕਲੂਸ਼ਨ ਪ੍ਰਿੰਸੀਪਲ। ਇਹ ਜ਼ਿਆਦਾ ਬਰੀਫ ਦੇ ਵਿੱਚ ਨਹੀਂ ਹੈ। ਹਾਂਜੀ ਦੇਖੋ, no two electron in an atom can have the same set of 4 quantum number। ਵੈਸੇ ਇਹਦੀ ਇੰਨੀ ਲੋੜ ਨਹੀਂ ਪੈਂਦੀ। ਪੋਲੀ ਐਕਸਕਲੂਸ਼ਨ ਪ੍ਰਿੰਸੀਪਲ ਇਹ ਕਹਿੰਦਾ ਵੀ ਜਦੋਂ ਅਸੀਂ 2 ਇਲੈਕਟ੍ਰੋਨ ਨੂੰ ਸਟੱਡੀ ਕਰਾਂਗੇ ਤਾਂ ਕੋਈ ਵੀ 2 ਇਲੈਕਟ੍ਰੋਨਾਂ ਦਾ ਜਿਹੜੇ 4 ਕੁਆਂਟਮ ਨੰਬਰ ਨੇ ਉਹ ਸੇਮ ਨਹੀਂ ਹੋ ਸਕਦੇ, ਉਹ ਹਮੇਸ਼ਾ ਡਿਫਰ ਹੋਣਗੇ। ਅਤੇ ਹੋਰ ਕੁਛ ਉਹਨਾਂ ਦਾ ਮਤਲਬ ਬਰਾਬਰ ਮਿਲੇ ਜਾਂ ਨਾ ਮਿਲੇ, ਕਹਿੰਦਾ ਭਾਵ ਕਿਸੇ ਵੀ ਕਿਸੇ ਵੀ ਚੀਜ਼ ਦੀ ਚਾਹੇ ਵੈਲਿਊ ਸੇਮ ਆਵੇ ਚਾਹੇ ਨਾ ਆਵੇ, ਉਹਨਾਂ ਦੀ ਜਿਹੜੀ ਸਪਿਨ ਹੋਊਗੀ ਬੱਚੇ ਉਹ ਹਮੇਸ਼ਾ ਅਪੋਜ਼ਿਟ ਹੋਊਗੀ। ਬਸ ਇਹ ਗੱਲ ਦਾ ਧਿਆਨ ਰੱਖਣਾ। ਮੇਨ ਇਹ ਸੈਕੰਡ ਪੁਆਇੰਟ ਆ। ਇਨ ਐਨ ਔਰਬਿਟਲ 2 ਇਲੈਕਟ੍ਰੋਨਸ ਵਿਲ ਆਲਵੇਜ਼ ਹੈਵ ਅਪੋਜ਼ਿਟ ਸਪਿਨ। ਜਿਵੇਂ ਦੇਖੋ ਅਸੀਂ ਇਹਨੂੰ ਮਤਲਬ ਕਿਸੇ ਵੀ ਔਰਬਿਟਲ ਨੂੰ ਫਿਲ ਕਰਦੇ ਹੋਏ ਇਹਨੂੰ ਐਵੇਂ ਹੀ ਕਿਉਂ ਕਰਦੇ ਹਾਂ? ਅਸੀਂ ਔਰਬਿਟਲ ਫਿਲ ਕਰਦੇ ਹੋਏ ਹਮੇਸ਼ਾ ਇਹਨੂੰ ਐਵੇਂ ਹੀ ਕਿਉਂ ਕਰਦੇ ਹਾਂ? ਐਵੇਂ ਕਿਉਂ ਨਹੀਂ ਕਰਦੇ ਹੈ ਕਿ ਐਵੇਂ ਕਿਉਂ ਨਹੀਂ ਕਰਦੇ? ਇਹਦੇ ਨਾਲ ਬੱਚੇ ਇਹਨਾਂ ਦੀ ਜਿਹੜੀ ਸਪਿਨ ਆ ਉਹ ਇੱਕੋ ਡਾਇਰੈਕਸ਼ਨ ਦੇ ਵਿੱਚ ਹੋ ਜੂਗੀ। ਐਵੇਂ ਇਹਨਾਂ ਦੀ ਜੋ ਪੋਲੀ ਐਕਸਕਲੂਸ਼ਨ ਪ੍ਰਿੰਸੀਪਲ ਕਹਿੰਦੇ ਹੀ ਇਹੀ ਆ ਵੀ ਜਦੋਂ ਤੁਸੀਂ ਮਤਲਬ ਜਿਹੜੇ 2 ਇਲੈਕਟ੍ਰੋਨ ਨੇ ਉਹਨਾਂ 'ਤੇ 4 ਕੁਆਂਟਮ ਨੰਬਰ ਸੇਮ ਨਹੀਂ ਹੋਣੇ ਚਾਹੀਦੇ, ਉਹਨਾਂ ਦੀ ਅੱਡ ਅੱਡ ਹੋਣੇ ਚਾਹੀਦੇ ਨੇ। ਮਤਲਬ ਇਹ ਆ ਵੀ ਇੱਕ ਦਾ ਜੇ ਕੁਆਂਟਮ ਨੰਬਰ ਪਲੱਸ, ਇੱਕ ਦਾ ਜੇ ਪਲੱਸ ਹਾਫ ਐਂਗੂਲਰ ਮਿੰਟਮ ਆ, ਦੂਜੇ ਦਾ ਮਾਈਨਸ ਹੋਣਾ ਚਾਹੀਦਾ। ਇੱਕ ਦੂਜੇ ਨੂੰ ਇਹ ਨਿਊਟਰਲ ਕਰਨੇ ਚਾਹੀਦੇ ਨੇ, ਇੱਕ ਦੂਜੇ ਨੂੰ ਇਹ ਕੱਟਣੇ ਚਾਹੀਦੇ ਨੇ। ਬਸ ਇਹ ਆ ਕਿਉਂਕਿ ਅਸੀਂ ਕਹਿੰਦੇ ਹੁੰਦੇ ਐਟਮ ਐਜ਼ ਆ ਹੋਲ ਨਿਊਟਰਲ। ਅਸੀਂ ਪੋਲੀ ਐਕਸਕਲੂਸ਼ਨ ਪ੍ਰਿੰਸੀਪਲ ਕਹਿੰਦੇ ਇਹ ਹੈ ਵੀ ਤੁਹਾਡੇ ਕੁਆਂਟਮ ਨੰਬਰ ਨੇ ਸੇਮ ਹੀ ਹੋਣੇ ਚਾਹੀਦੇ। ਇਹ ਸੀਗਾ ਆਪਣਾ ਇਲੈਕਟ੍ਰੋਨਿਕ ਕਨਫੀਗਰੇਸ਼ਨ ਬਾਰੇ ਅਸੀਂ ਕਿਹੜੀਆਂ ਗੱਲਾਂ ਦੇ ਵਿੱਚ ਧਿਆਨ ਰੱਖਣਾ। ਇਹਨਾਂ ਰੂਲਸ ਦੇ ਅਕੋਰਡਿੰਗ ਅਸੀਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਸਿੱਖਾਂਗੇ, ਐਲੀਮੈਂਟਸ ਦੇ ਡਿਫਰੈਂਟ ਵੇ ਦੇ ਵਿੱਚ ਕਰਨੀ। ਅਤੇ ਤੁਸੀਂ ਆਪ ਵੀ ਘਰ ਟਰਾਈ ਕਰਨੇ ਆ, ਮਤਲਬ ਇਸ ਤਰ੍ਹਾਂ ਦੇ ਹੋਰ ਜੋ ਇਲੈਕਟ੍ਰੋਨਿਕ ਕਨਫੀਗਰੇਸ਼ਨ ਨੇ ਉਹਨਾਂ ਨੂੰ ਘਰ ਫਿਰ ਆਪ ਕਰਕੇ ਦੇਖਣਾ। ਪਹਿਲਾਂ ਥੋੜ੍ਹੀ ਦਿੱਕਤ ਆਉਣਗੀਆਂ ਪਰ ਤੁਸੀਂ ਸਿੱਖ ਜਾਓਗੇ। ਮੈਂ ਥੋੜ੍ਹੀਆਂ ਗੱਲਾਂ ਹੋਰ ਦੱਸ ਦਿੰਦਾ। ਜਿਵੇਂ ਦੇਖੋ ਜੋ ਇੱਕ ਤਾਂ ਇਹ ਔਰਡਰ ਸਭ ਤੋਂ ਪਹਿਲਾਂ ਇਹ ਔਰਡਰ ਯਾਦ ਰੱਖਣਾ। ਔਰਡਰ ਯਾਦ ਰੱਖਣ ਤੋਂ ਬਾਅਦ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਐਸ ਦੇ ਵਿੱਚ ਕਿੰਨੇ ਇਲੈਕਟ੍ਰੋਨ ਆ ਸਕਦੇ ਨੇ। ਐਸ ਦੇ ਵਿੱਚ ਜਿਵੇਂ ਮੈਂ ਕਹਿੰਦਾ ਵੀ ਪਹਿਲਾਂ ਵੀ ਦੱਸਿਆ, ਐਸ ਦੇ ਵਿੱਚ 2 ਇਲੈਕਟ੍ਰੋਨ ਆ ਸਕਦੇ ਨੇ ਅਤੇ ਪੀ ਦੇ ਵਿੱਚ ਮੈਕਸੀਮਮ 6 ਆ ਸਕਦੇ ਨੇ। ਮੈਕਸੀਮਮ ਜੇ ਮੈਂ ਔਰਬਿਟਲ ਦੀ ਗੱਲ ਕਰਾਂ ਤਾਂ 1, ਕਿਉਂਕਿ ਇੱਕ ਔਰਬਿਟਲ ਦੇ ਵਿੱਚ 2 ਇਲੈਕਟ੍ਰੋਨ ਆਉਂਦੇ ਹੁੰਦੇ ਨੇ। ਇਹਦੇ ਵਿੱਚ ਕਿੰਨੇ ਆਉਂਦੇ ਨੇ? ਔਰਬਿਟਲ 3। ਜੇ ਮੈਂ ਡੀ ਦੀ ਗੱਲ ਕਰਾਂ ਇਹਦੇ ਵਿੱਚ, ਜੇ ਡੀ ਦੀ ਗੱਲ ਕਰਾਂ ਟੋਟਲ ਆ ਸਕਦੇ ਨੇ 10 ਅਤੇ ਔਰਬਿਟਲ ਕਿੰਨੇ ਨੇ 5। ਜੇ ਮੈਂ ਐਫ ਦੀ ਗੱਲ ਕਰਾਂ ਟੋਟਲ ਆ ਸਕਦੇ ਨੇ 14, ਔਰਬਿਟਲ ਕਿੰਨੇ ਨੇ 7, ਕਿਉਂਕਿ ਇਹਨੂੰ 2 ਨਾਲ ਗੁਣਾ ਕਰਨਾ ਪੈਣਾ ਤਾਂ ਹੀ ਬਣਦਾ ਹੁੰਦਾ, ਕਿਉਂਕਿ 2 ਨਾਲ ਗੁਣਾ ਕਰਨਾ ਪੈਣਾ ਤਾਂ ਹੀ ਬਣਦਾ ਹੁੰਦਾ। ਠੀਕ ਹੈ, ਤਾਂ ਔਰਬਿਟਲ ਤੁਸੀਂ ਐਵੇਂ ਸ਼ੋਅ ਕਰਨੇ ਆ ਜਿਵੇਂ ਇੱਥੇ ਕੀਤੇ ਹੋਏ ਨੇ। ਜਿਵੇਂ ਐਸ ਔਰਬਿਟਲ ਹੋ ਗਿਆ, 2p ਔਰਬਿਟਲ ਹੋ ਗਿਆ, ਅਤੇ ਤੁਸੀਂ ਤੁਹਾਡੇ ਬੁੱਕ ਦੇ ਵਿੱਚ ਇਲੈਕਟ੍ਰੋਨਿਕ ਕਨਫੀਗਰੇਸ਼ਨ ਵਿੱਚ ਦਿਖਾਈ ਵੀ ਹੋਈ ਆ। ਤੁਸੀਂ ਕੋਸ਼ਿਸ਼ ਕਰਨੀ ਵੀ ਤੁਹਾਡੇ ਮੈਕਸੀਮਮ ਤੋਂ ਮੈਕਸੀਮਮ ਇਲੈਕਟ੍ਰੋਨਿਕ ਕਨਫੀਗਰੇਸ਼ਨ ਤੁਸੀਂ ਸਿੱਖ ਜਾਓ। ਉਮੀਦ ਹੈ ਤੁਹਾਨੂੰ ਲੈਕਚਰ ਪਸੰਦ ਆਇਆ ਹੋਵੇਗਾ। ਥੈਂਕ ਯੂ।